ਮੇਰੇ ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਅੱਜ ਤੁਹਾਡਾ ਐਜੂਸੈਟ ਦੀ ਅੱਜ ਦੀ ਕਲਾਸ ਦੇ ਵਿੱਚ। ਵਿਦਿਆਰਥੀਓ, ਜਿਵੇਂ ਕਿ ਆਪਾਂ ਦੇਖਿਆ ਸੀਗਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜਾ ਮੌਸਮ ਸੀਗਾ ਉਹ ਗਰਮੀ ਵਾਲਾ ਸੀਗਾ ਤੇ ਗਰਮੀ ਦੀ ਰੁੱਤ ਸੀ। ਗਰਮੀ ਦੀ ਰੁੱਤ ਦੇ ਵਿੱਚ ਕੀ ਸੀਗਾ ਕਿ ਸੂਰਜ ਬਹੁਤ ਤਪਸ਼ ਜਿਹੜਾ ਕਿ ਦੇ ਰਿਹਾ ਸੀਗਾ ਤੇ ਸਾਨੂੰ ਬਾਹਰ ਨਿਕਲਣ ਵੇਲੇ, ਦੁਪਹਿਰ ਤੇ ਕਈ ਵਾਰ ਤਾਂ ਇਹੋ ਜਿਹਾ ਸਥਿਤੀ ਸੀਗੀ ਕਿ ਸਾਨੂੰ ਦੇਰ ਸ਼ਾਮ ਤੱਕ ਵੀ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਸੀਗਾ ਤੇ ਸਵੇਰੇ ਜਲਦੀ ਹੀ ਜਿਹੜਾ ਧੁੱਪ ਸੂਰਜ ਦਾ ਜਿਹੜੀਆਂ ਕਿਰਨਾਂ ਨੇ ਉਹ ਸਾਨੂੰ ਅੰਦਰ ਰਹਿਣ ਦੇ ਲਈ ਮਜਬੂਰ ਕਰ ਰਹੀਆਂ ਸੀਗੀਆਂ। ਤੇ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਕੀ ਹੋਇਆ ਕਿ ਮੌਸਮ ਦੇ ਵਿੱਚ ਪਰਿਵਰਤਨ ਹੋਇਆ। ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਕੁਝ ਦਿਨ ਪਹਿਲਾਂ ਆਪਣੇ ਪੂਰੇ ਪੰਜਾਬ ਦੇ ਵਿੱਚ ਵਰਖਾ ਦੀ ਬੜੀ ਸੋਹਣੀ ਰੁੱਤ ਹੈ ਜਿਹੜੀ ਉਹ ਆਰੰਭ ਹੋਈ ਹੈ ਤੇ ਜਿਹੜੀ ਵਰਖਾ ਦੀ ਪਹਿਲੀ ਬਾਰਿਸ਼ ਹੈ ਉਹ ਵੀ ਸਾਡੇ ਲਈ ਬਹੁਤ ਹੀ ਵਧੀਆ ਸੀਗੀ, ਜਿਸ ਦਾ ਕਿ ਤੁਹਾਨੂੰ ਵੀ, ਬੱਚਿਆਂ ਨੂੰ ਵੀ, ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਤੇ ਖਾਸ ਕਰਕੇ ਸਾਡੇ ਕਿਸਾਨ ਵੀਰਾਂ ਨੂੰ ਆਪਣੀਆਂ ਫਸਲਾਂ ਉਗਾਉਣ ਦੇ ਲਈ ਕਾਫੀ ਲਾਹਾ ਹੈ ਜਿਹੜਾ ਉਹ ਮਿਲਿਆ ਹੈ। ਤੇ ਵਿਦਿਆਰਥੀਓ, ਜੇਕਰ ਆਪਾਂ ਝਾਤ ਮਾਰੀਏ ਕਿ ਸਾਡੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਰੁੱਤਾਂ ਆਉਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪਹਿਲਾਂ ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਗਰਮੀ ਦੀ ਰੁੱਤ ਹੈ। ਗਰਮੀ ਦੀ ਰੁੱਤ ਤੋਂ ਥੋੜਾ ਪਿੱਛੇ ਜਾਈਏ ਜੇ ਆਪਾਂ ਤਾਂ ਦੇਖਦੇ ਹਾਂ ਕਿ ਸਰਦੀ ਦੀ ਰੁੱਤ ਸੀਗੀ ਤੇ ਸਰਦੀ ਦੀ ਰੁੱਤ ਦੇ ਵਿੱਚ ਹਵਾਵਾਂ ਨੇ ਜਿਹੜੀਆਂ ਸਰਦ ਠੰਡੀਆਂ ਹਵਾਵਾਂ ਚੱਲਦੀਆਂ ਨੇ। ਫਿਰ ਉਸ ਤੋਂ ਬਾਅਦ ਰੁੱਤਾਂ ਜਿਵੇਂ ਜਿਵੇਂ ਸਾਲ ਸਾਡਾ ਕੈਲੰਡਰ ਦੇ ਅਨੁਸਾਰ ਸਾਡਾ ਸਾਲ ਹੈ ਜਿਹੜਾ ਅੱਗੇ ਵੱਧਦਾ, ਦਿਨ ਅੱਗੇ ਚੱਲਦੇ ਨੇ, ਤਾਂ ਗਰਮੀ ਅਤੇ ਸਰਦੀ ਦੇ ਵਿੱਚ ਸਰਦੀ ਤੋਂ ਜਦੋਂ ਗਰਮੀ ਵੱਲ ਨੂੰ ਪਰਿਵਰਤਨ ਹੁੰਦਾ ਹੈ ਲਗਭਗ ਮਾਰਚ ਜਾਂ ਫਰਵਰੀ ਦੇ ਅਖੀਰ ਦੇ ਵਿੱਚ ਜਿਹੜਾ ਕਿ ਪਰਿਵਰਤਨ ਹੈ ਉਹ ਗਰਮੀ ਵੱਲ ਨੂੰ ਹੋਣਾ ਸ਼ੁਰੂ ਹੋ ਜਾਂਦਾ। ਖਾਸ ਕਰਕੇ ਮਾਰਚ ਦੇ ਪਹਿਲੇ ਤੇ ਦੂਜੇ ਹਫਤੇ ਦੇ ਵਿੱਚ ਸਾਨੂੰ ਇੱਕਦਮ ਜਿਹੜੀ ਠੰਡ ਘਟਦੀ ਦਿਖਦੀ ਹੈ ਤੇ ਗਰਮੀ ਵੱਲ ਨੂੰ ਜਿਹੜਾ ਕਿ ਪਰਿਵਰਤਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਸੇ ਦੌਰਾਨ ਜਦੋਂ ਸਰਦੀ ਤੋਂ ਗਰਮੀ ਵੱਲ ਨੂੰ ਪਹਿਲੀ ਜਿਹੜੀ ਅਵਸਥਾ ਆਉਂਦੀ ਹੈ, ਉਸੇ ਅਵਸਥਾ ਦੇ ਦੌਰਾਨ ਸਾਨੂੰ ਇੱਕ ਬਹੁਤ ਹੀ ਸੁਹਾਵਣੀ ਰੁੱਤ ਵੀ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ, ਉਹ ਹੈ ਬਸੰਤ ਰੁੱਤ। ਬਸੰਤ ਰੁੱਤ ਦਾ ਸਵਾਗਤ ਹੈ ਸਾਡੇ ਪੰਜਾਬ ਦੇ ਵਿੱਚ ਮੇਲਿਆਂ ਦੇ ਥਰੂ ਹੁੰਦਾ ਹੈ ਤੇ ਉਸ ਤੋਂ ਬਿਨਾਂ ਸਾਡੇ ਘਰਾਂ ਦੇ ਵਿੱਚ ਪਕਵਾਨ ਨੇ ਜਾਂ ਬਸੰਤ ਪੰਚਮੀ ਦਾ ਜਿਹੜਾ ਦਿਹਾੜਾ ਹੈ ਉਹ ਇੱਕ ਇਸ ਰੁੱਤ ਦੇ ਆਉਣ ਦੀ ਜਿਹੜਾ ਸੰਕੇਤ ਹੁੰਦਾ, ਆਗਮਨ ਦਾ ਜਿਹੜਾ ਇੱਕ ਸਵਾਗਤ ਹੈ ਉਸ ਬਸੰਤ ਰੁੱਤ ਦਾ ਬਸੰਤ ਪੰਚਮੀ ਤੋਂ ਸ਼ੁਰੂ ਹੋ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਦੋਂ ਸਮਾਂ ਅੱਗੇ ਲੰਘਦਾ ਹੈ ਗਰਮੀ ਆਉਂਦੀ ਹੈ। ਗਰਮੀ ਤੋਂ ਬਾਅਦ ਜਿਵੇਂ ਕੁਝ ਦਿਨ ਪਹਿਲਾਂ ਬਾਰਿਸ਼ ਹੋਈ ਸੀਗੀ, ਇਸ ਬਾਰਿਸ਼ ਵਾਲੇ ਮੌਸਮ ਨੂੰ ਕੀ ਕਿਹਾ ਜਾਂਦਾ ਉਸ ਬਾਰੇ ਅੱਜ ਅਸੀਂ ਪੜਾਂਗੇ। ਤਾਂ ਵਿਦਿਆਰਥੀਓ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਹ ਬਰਸਾਤ ਵਾਲਾ ਮੌਸਮ ਹੈ, ਇਸ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਬਿਲਕੁਲ ਜੀ, ਇਸ ਨੂੰ ਮੌਨਸੂਨ ਜਿਹੜਾ ਹੈ ਕਿਹਾ ਜਾਂਦਾ ਹੈ ਤੇ ਅੱਜ ਅਸੀਂ ਭਾਰਤੀ ਮੌਨਸੂਨ ਬਾਰੇ ਪੜਾਂਗੇ। ਵਿਦਿਆਰਥੀਓ, ਜਿਸ ਤਰ੍ਹਾਂ ਕਿ ਤੁਹਾਡੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਕਿ ਮੌਨਸੂਨ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਮੌਸਮ ਤੋਂ ਬਣਿਆ ਹੈ ਤੇ ਮੌਸਮ ਦਾ ਅਰਥ ਹੈ ਸਥਾਨਕ ਪੌਣਾਂ ਵਿੱਚ ਆਉਣ ਵਾਲੇ ਪਰਿਵਰਤਨ ਤੋਂ। ਇਹ ਕਿਤਾਬੀ ਭਾਸ਼ਾ ਤੋਂ ਆਪਾਂ ਹਟ ਕੇ ਗੱਲ ਕਰੀਏ ਤਾਂ ਸਥਾਨਕ ਪੌਣਾਂ ਵਿੱਚ ਹੋਣ ਵਾਲਾ ਪਰਿਵਰਤਨ, ਇਸ ਨੂੰ ਆਪਾਂ ਗੱਲ ਕਰਦੇ ਕਿ ਜੋ ਤੁਹਾਡੇ ਖੇਤਰ ਦੇ ਵਿੱਚ ਜਾਂ ਆਪਾਂ ਤੁਹਾਡੇ ਖੇਤਰ ਤੋਂ ਹੋਰ ਥੋੜਾ ਅੱਗੇ ਸੋਚੀਏ ਕਿ ਤੁਹਾਡੇ ਭਾਰਤੀ ਉਪ ਮਹਾਦੀਪ ਦੇ ਵਿੱਚ ਜੋ ਹਵਾਵਾਂ ਚੱਲ ਰਹੀਆਂ ਸੀਗੀਆਂ ਉਹਨਾਂ ਹਵਾਵਾਂ ਦੇ ਵਿੱਚ ਪਰਿਵਰਤਨ ਹੁੰਦਾ ਹੈ। ਇਸ ਪਰਿਵਰਤਨ ਦੇ ਨਾਲ ਜਿਹੜੀਆਂ ਮੌਸਮ ਦੇ ਵਿੱਚ ਵੀ ਪਰਿਵਰਤਨ ਹੈ ਦੇਖਣ ਨੂੰ ਮਿਲਦਾ ਹੈ। ਤਾਂ ਇਸ ਚੀਜ਼ ਨੂੰ ਹੋਰ ਥੋੜਾ ਆਪਾਂ ਵਿਸਤਾਰ ਨਾਲ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਪਰਿਵਰਤਨ ਹਵਾ ਦੇ ਵਿੱਚ ਹੋਇਆ ਸੀਗਾ। ਜਿਸ ਤਰ੍ਹਾਂ ਕਿ ਆਪਾਂ ਗਰਮੀ ਦੀ ਰੁੱਤ ਦੇ ਵਿੱਚ ਦੇਖਦੇ ਹਾਂ ਕਿ ਗਰਮ ਹਵਾਵਾਂ ਜਿਨ੍ਹਾਂ ਵਿੱਚ ਲੂ ਚੱਲਦੀ ਹੈ, ਲੂ ਬਹੁਤ ਹੀ ਜ਼ਿਆਦਾ ਗਰਮ ਹਵਾ ਹੁੰਦੀ ਹੈ ਤੇ ਜਿੱਥੋਂ ਜਿਹੜੇ ਖੇਤਰ ਦੇ ਵਿੱਚੋਂ ਦੀ ਲੰਘਦੀ ਹੈ ਉਸ ਖੇਤਰ ਦਾ ਜਿਹੜਾ ਤਾਪਮਾਨ ਹੈ ਉਹ ਵੱਧ ਜਾਂਦਾ ਹੈ। ਤਾਂ ਲੂ ਦੇ ਬਾਰੇ ਵਿੱਚ ਵਿਦਿਆਰਥੀਓ ਮੈਂ ਇਹ ਪੁੱਛਣਾ ਚਾਹਾਂਗਾ ਕਿਹੜੀ ਹਵਾ ਹੁੰਦੀ ਹੈ ਤੇ ਕਿਸ ਦਿਸ਼ਾ ਦੇ ਵਿੱਚੋਂ ਚੱਲਦੀ ਹੈ? ਹਾਂਜੀ ਵਿਦਿਆਰਥੀਓ, ਇਹ ਜਿਹੜੀ ਹਵਾ ਹੈ ਇਹ ਪੱਛਮੀ ਹਵਾ ਹੁੰਦੀ ਹੈ। ਇਹ ਸਾਡੇ ਭਾਰਤੀ ਮਹਾਦੀਪ ਦੇ ਉੱਤਰ ਪੱਛਮੀ ਖੇਤਰ ਜਿਵੇਂ ਕਿ ਪੰਜਾਬ, ਹਰਿਆਣਾ, ਪੱਛਮੀ ਰਾਜਸਥਾਨ, ਇਸ ਖੇਤਰਾਂ ਦੇ ਵਿੱਚੋਂ ਸਾਡੇ ਗਵਾਂਢੀ ਸੂਬੇ ਪਾਕਿਸਤਾਨ ਦੇ ਵਿੱਚੋਂ ਲੰਘਦੀ ਹੋਈ ਇਹਨਾਂ ਖੇਤਰਾਂ ਦੇ ਵਿੱਚ ਦਾਖਲ ਹੁੰਦੀ ਹੈ ਤੇ ਅੱਗੇ ਜਾ ਕੇ ਇਹ ਸਾਡੇ ਮੱਧਵਰਤੀ ਖੇਤਰਾਂ ਜਿਵੇਂ ਕਿ ਮੱਧ ਪ੍ਰਦੇਸ਼ ਤੇ
ਝਾਰਖੰਡ ਉਸ ਦੇ ਨਾਲ ਲੱਗਦਾ ਤੇ ਯੂਪੀ ਦੇ ਹਿੱਸਿਆਂ ਦੇ ਵਿੱਚੋਂ ਦੀ ਹੁੰਦੀ ਹੋਈ ਇਹ ਉੜੀਸਾ ਤੇ ਉਸ ਤੋਂ ਬਾਅਦ ਬੰਗਾਲ ਦੀ ਖਾੜੀ ਤੱਕ ਜਿਹੜੀ ਇਹ ਪਹੁੰਚਦੀ ਹੈ। ਇਹ ਹਵਾ ਦਾ ਇੱਕ ਪ੍ਰਚਲਨ ਹੁੰਦਾ ਹੈ। ਫਿਰ ਉਸ ਤੋਂ ਬਾਅਦ ਇਹੀ ਹਵਾ, ਇੱਕ ਗੱਲ ਧਿਆਨ ਰੱਖਣ ਯੋਗ ਹੈ ਕਿ ਪ੍ਰਕਿਰਤੀ ਦਾ ਜਿਹੜਾ ਸੰਤੁਲਨ ਹੈ ਉਹ ਬਣਿਆ ਰਹਿੰਦਾ ਹੈ। ਜੋ ਚੀਜ਼ ਇੱਕ ਜਗ੍ਹਾ ਤੋਂ ਹਿੱਲੀ ਸੀਗੀ ਉਸਨੇ ਦੁਬਾਰਾ ਉਸ ਜਗ੍ਹਾ ਤੇ ਜਾਣਾ ਹੁੰਦਾ, ਭਾਵ ਕਿ ਜੋ ਹਵਾ ਪੱਛਮ ਵੱਲੋਂ ਆਈ ਸੀਗੀ ਉਸਨੇ ਵਾਪਸ ਪੱਛਮ ਵੱਲ ਨੂੰ ਵਾਪਸ ਮੁੜਨਾ ਹੈ। ਤਾਂ ਉਸ ਸਮੇਂ ਇਸ ਦੀ ਦਿਸ਼ਾ ਜਿਹੜੀ ਪੱਛਮ ਨਾ ਹੋ ਕੇ ਪੂਰਬ ਵੱਲ ਹੋ ਜਾਂਦੀ ਹੈ ਤੇ ਪੂਰਬ ਤੋਂ ਜਿਹੜੀਆਂ ਮੌਨਸੂਨ ਪੌਣਾਂ ਨੇ ਉਹ ਸਾਡੇ ਦੇਸ਼ ਦੇ ਵਿੱਚ ਦਾਖਲ ਹੋ ਜਾਂਦੀਆਂ ਹਨ। ਤਾਂ ਇਸ ਵਿੱਚ ਕਿਹੜੇ ਤੱਤ ਨੇ ਜਿਹੜੇ ਮੌਨਸੂਨ ਨੂੰ ਪ੍ਰਭਾਵਿਤ ਕਰਦੇ ਹਨ? ਇਹ ਤੱਤ ਹਨ ਤਾਪਮਾਨ ਸੂਰਜ ਦੀ ਗਰਮੀ ਨਾਲ ਹੈ। ਜਦੋਂ ਸੂਰਜ ਜ਼ਿਆਦਾ ਸਮਾਂ, ਸੂਰਜ ਦਾ ਤਾਪਮਾਨ ਉਦੋਂ ਵੱਧ ਹੁੰਦਾ ਹੈ ਜਦੋਂ ਸੂਰਜ ਦੀ ਜਿਹੜੀਆਂ ਕਿਰਨਾਂ ਦਾ ਸਮਾਂ ਉਹ ਜ਼ਿਆਦਾ ਹੁੰਦਾ ਹੈ। ਤਾਂ ਵਿਦਿਆਰਥੀ ਤੁਸੀਂ ਦੇਖੋਗੇ ਕਿ ਅੱਜ ਕੱਲ੍ਹ ਜੇ ਆਪਾਂ ਸਵੇਰੇ ਜਲਦੀ ਉੱਠੀਏ ਤਾਂ ਲਗਭਗ 5:30 ਵਜੇ ਤੋਂ ਬਾਅਦ ਜਿਹੜਾ ਇੱਕਦਮ ਜਿਹੜਾ ਚਾਨਣ ਹੈ ਸਵੇਰੇ ਉਹ ਦੇਖਣ ਨੂੰ ਮਿਲਦਾ ਹੈ। ਤੇ ਸ਼ਾਮ ਨੂੰ ਜੇਕਰ ਆਪਾਂ ਵਿਦਿਆਰਥੀਆਂ ਨੂੰ ਨੋਟ ਕਰੀਏ ਤਾਂ 7 ਵਜੇ ਤੋਂ ਬਾਅਦ ਵੀ ਜਿਹੜਾ ਆਪਾਂ ਦੇਖਦੇ ਹਾਂ ਕਿ ਹਨੇਰਾ ਨਹੀਂ ਹੁੰਦਾ ਤੇ ਲਗਭਗ 7:30 ਤੋਂ ਬਾਅਦ ਹਨੇਰਾ ਹਲਕਾ ਹੋਣਾ ਸ਼ੁਰੂ ਹੁੰਦਾ ਹੈ ਤੇ 8 ਵਜੇ ਤੱਕ ਹਨੇਰਾ ਹੋ ਜਾਂਦਾ ਹੈ। ਤਾਂ ਕੁੱਲ ਮਿਲਾ ਕੇ ਜਿਹੜਾ ਦਿਨ ਦੀ ਲੰਬਾਈ ਹੈ ਉਹ ਕਾਫੀ ਵੱਧ ਹੁੰਦੀ ਹੈ। ਪਰ ਜੇਕਰ ਆਪਾਂ ਇਸ ਨੂੰ ਗੱਲ ਕਰੀਏ ਕਿ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ, ਸਰਦੀਆਂ ਦੇ ਵਿੱਚ ਸਵੇਰੇ 7 ਵਜੇ ਤੋਂ ਬਾਅਦ ਜਿਹੜਾ ਸੂਰਜ ਨਿਕਲਦਾ ਹੈ ਤੇ ਸ਼ਾਮ ਨੂੰ ਲਗਭਗ 5 ਵਜੇ ਸੂਰਜ ਹੈ ਜਿਹੜਾ ਉਹ ਅਸਤ ਹੋ ਜਾਂਦਾ ਹੈ। ਕੁਝ ਦਿਨਾਂ ਦੇ ਵਿੱਚ ਤਾਂ ਸੂਰਜ ਛਿਪਣ ਦਾ ਸਮਾਂ ਜਿਹੜਾ 5 ਵਜੇ ਤੋਂ ਵੀ ਪਹਿਲਾਂ ਹੋ ਜਾਂਦਾ ਹੈ। ਤਾਂ ਇਸ ਕਰਕੇ ਆਪਾਂ ਦੋਨਾਂ ਸਥਿਤੀਆਂ ਤੋਂ ਅਨੁਮਾਨ ਲਗਾ ਸਕਦੇ ਹਾਂ ਕਿ ਗਰਮੀਆਂ ਦੇ ਵਿੱਚ ਦਿਨਾਂ ਦੀ ਲੰਬਾਈ ਵੱਧ ਹੁੰਦੀ ਹੈ ਤੇ ਸਰਦੀਆਂ ਦੇ ਵਿੱਚ ਦਿਨਾਂ ਦੀ ਲੰਬਾਈ ਘੱਟ ਹੁੰਦੀ ਹੈ। ਇਸੇ ਦਿਨਾਂ ਦੀ ਲੰਬਾਈ ਕਾਰਨ ਹੀ ਸਾਡੀ ਗਰਮੀ ਅਤੇ ਸਰਦੀ ਦੀ ਰੁੱਤ ਹੈ ਜਿਹੜੀ ਉਹ ਹੁੰਦੀ ਹੈ। ਤਾਂ ਇਸ ਤਰ੍ਹਾਂ ਤਾਪਮਾਨ ਸਿੱਧੇ ਇਸ ਗੱਲ ਨੂੰ ਪ੍ਰਭਾਵਿਤ ਕਰਦਾ ਹੈ ਕਿ ਵਰਖਾ ਕਿਸ ਤਰ੍ਹਾਂ ਹੋਣੀ ਹੈ ਤੇ ਇਸ ਨੂੰ ਕਿਸ ਤਰ੍ਹਾਂ ਤਾਪਮਾਨ ਨਾਲ ਇਸ ਦਾ ਕੀ ਲਿੰਕ ਹੈ ਉਹਦੇ ਬਾਰੇ ਵੀ ਅੱਗੇ ਆਪਾਂ ਪੜਾਂਗੇ। ਉਸ ਤੋਂ ਬਾਅਦ ਹੈ ਨਮੀ ਵਿਦਿਆਰਥੀਓ, ਇਹ ਸ਼ਬਦ ਦਾ ਅਰਥ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਇਹ ਕਹਾਂਗੇ ਕਿ ਨਮੀ ਹੁੰਦੀ ਹੈ ਪਾਣੀ ਦੀ ਮਾਤਰਾ। ਹਵਾ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਨਮੀ ਕਿਹਾ ਜਾਂਦਾ ਹੈ। ਵਿਦਿਆਰਥੀਓ, ਨਮੀ ਦੀ ਆਪਾਂ ਕਿਸ ਤਰ੍ਹਾਂ ਉਦਾਹਰਨ ਲੈ ਸਕਦੇ ਹਾਂ? ਤੁਸੀਂ ਆਪਣੇ ਘਰਾਂ ਦੇ ਵਿੱਚ ਕੂਲਰ ਦੀ ਹਵਾ ਜਿਹੜੀ ਉਹ ਲਓਗੇ, ਇੱਕ ਪਾਸੇ ਕੂਲਰ ਦੇ ਇੱਕ ਪਾਸੇ ਪੱਖਾ ਹੋਏਗਾ। ਪੱਖੇ ਦੀ ਹਵਾ ਹੈ ਜਿਹੜੀ ਉਹਦੇ ਵਿੱਚ ਠੰਡਕ ਹੈ ਜਿਹੜੀ ਕੂਲਰ ਦੇ ਮੁਕਾਬਲੇ ਘੱਟ ਹੋਏਗੀ, ਜਾਂ ਕੂਲਰ ਦੀ ਹਵਾ ਦੇ ਵਿੱਚ ਜਿਹੜੀ ਠੰਡਕ ਹੈ ਉਹ ਜ਼ਿਆਦਾ ਹੋਏਗੀ। ਉਹਦਾ ਕਾਰਨ ਕੀ ਹੈ ਕਿ ਕੂਲਰ ਦੇ 3 ਸਾਈਡ ਤੋਂ ਜਿਹੜਾ ਆਪਾਂ ਦੇਖਦੇ ਹਾਂ ਕਿ ਪਾਣੀ ਹੈ ਉਹ ਹਵਾ ਦੇ ਨਾਲ ਜਿਹੜਾ ਹੈ ਉਹ ਮਿਲਦਾ ਹੈ। ਉਹ ਹਵਾ ਦੇ ਨਾਲ ਪਾਣੀ ਮਿਲ ਕੇ ਉਹ ਹਵਾ ਜਿਹੜੀ ਸਾਨੂੰ ਠੰਡੀ ਲੱਗਦੀ ਹੈ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਕੂਲਰ ਦੀ ਹਵਾ ਹੈ ਜਿਹੜੀ ਉਹ ਨਮੀ ਵਾਲੀ ਹਵਾ ਹੈ। ਤਾਂ ਅਗਲਾ ਜਿਹੜਾ ਤੱਤ ਹੈ ਹਵਾ ਦਾ ਦਬਾਅ। ਹਵਾ ਦਾ ਦਬਾਅ ਹੈ ਜਿਹੜਾ, ਇਸ ਨੂੰ ਆਪਾਂ ਜਿਸ ਤਰ੍ਹਾਂ ਕਿ ਵਿਦਿਆਰਥੀ ਤੁਸੀਂ ਖੇਲਦੇ ਸਮੇਂ ਤੁਸੀਂ ਫੁੱਟਬਾਲ ਦੀ ਵਰਤੋਂ ਕਰਦੇ ਹੋ ਤਾਂ ਫੁੱਟਬਾਲ ਦੇ ਵਿੱਚ ਹਵਾ ਭਰਦੇ ਹੋ ਤਾਂ ਹਵਾ ਭਰਨਾ, ਹਵਾ ਦਾ ਦਬਾਅ ਜਿਹੜਾ ਫੁੱਟਬਾਲ ਦੇ ਵਿੱਚ ਵਧਾਉਂਦੇ ਹੋ। ਤਾਂ ਇਸੇ ਤਰ੍ਹਾਂ ਜਦੋਂ ਉਸ ਦੇ ਵਿੱਚੋਂ ਤੁਸੀਂ ਹਵਾ ਕੱਢ ਦਿੰਦੇ ਹੋ ਤਾਂ ਫੁੱਟਬਾਲ ਹੈ ਜਿਹੜੀ ਪਤਲੀ ਹੋ ਜਾਂਦੀ ਹੈ ਤਾਂ ਉਸ ਤਰ੍ਹਾਂ ਉਸ ਦੇ ਵਿੱਚੋਂ ਜਿਹੜਾ ਦਬਾਅ ਹੈ ਉਹ ਬਾਹਰ ਨਿਕਲ ਜਾਂਦਾ ਹੈ। ਹਵਾ ਦਾ ਦਬਾਅ ਜਿਹੜਾ ਘਟ ਜਾਂਦਾ ਹੈ, ਹਵਾ ਬਾਹਰ ਨਿਕਲ ਜਾਂਦੀ ਹੈ। ਤਾਂ ਇਸ ਤਰ੍ਹਾਂ ਹਵਾ ਦਾ ਦਬਾਅ। ਤੇ ਉਸ ਤੋਂ ਬਾਅਦ ਪੌਣਾ ਦੀ ਦਿਸ਼ਾ ਤੋਂ ਭਾਵ ਹੈ ਕਿ ਕਿਸ ਪਾਸੇ ਤੋਂ ਜਿਹੜੀ ਪੌਣ ਆ ਰਹੀ ਹੈ। ਪੌਣ ਦੀ ਦਿਸ਼ਾ ਨੂੰ ਆਪਾਂ ਨਿਰਧਾਰਿਤ ਕਰਦੇ ਹਾਂ ਕਿ ਜਿਸ ਦਿਸ਼ਾ ਤੋਂ ਹਵਾ ਆ ਰਹੀ ਹੈ ਉਸ ਦਿਸ਼ਾ ਤੋਂ ਚੱਲਣ ਵਾਲੀ ਹਵਾ ਨੂੰ ਹੀ ਉਸ ਦਿਸ਼ਾ ਦੇ ਅਨੁਸਾਰ ਹੀ ਨਾਮ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਜੇਕਰ ਹਵਾ ਪੱਛਮ ਵੱਲ ਤੋਂ ਆ ਰਹੀ ਹੈ ਤਾਂ ਪੱਛਮੀ ਪੌਣ, ਜਾਂ ਪੂਰਬ ਵੱਲ ਤੋਂ ਆ ਰਹੀ ਹੈ ਤਾਂ ਪੂਰਬੀ ਪੌਣ, ਦੱਖਣ ਵੱਲ ਤੋਂ ਚੱਲ ਰਹੀ ਹੈ ਤਾਂ ਦੱਖਣੀ ਜਾਂ ਉੱਤਰ ਵੱਲ ਤੋਂ। ਪਰ ਆਪਣੇ ਪੰਜਾਬ ਦੇ ਵਿੱਚ ਲੋਕਲ ਭਾਸ਼ਾ ਦੇ ਵਿੱਚ ਇਹਨਾਂ ਦੇ ਨਾਮ ਥੋੜ੍ਹੇ ਜਿਹੇ ਅਲੱਗ ਨੇ। ਜਿਸ ਤਰ੍ਹਾਂ ਕਿ ਪੱਛਮ ਵਾਲੀ ਨੂੰ ਪਛਵਾ, ਪੂਰਬ ਵਾਲੀ ਨੂੰ ਪੁਰਾ, ਦੱਖਣ ਵਾਲੀ ਨੂੰ ਦੱਖਣੀ ਕਿਹਾ ਜਾਂਦਾ ਤੇ ਉੱਤਰ ਵੱਲੋਂ ਆਉਣ ਵਾਲੀ ਨੂੰ ਪਹਾੜ। ਕਿਉਂਕਿ ਸਾਡੇ ਉੱਤਰ ਵਾਲੇ ਪਾਸੇ, ਪੂਰਬ ਉੱਤਰ ਵਾਲੇ ਪਾਸੇ, ਪੂਰਾ ਉੱਤਰ ਨਾ ਕਹਿੰਦੇ ਹੋਏ ਪੂਰਬ ਤੇ ਉੱਤਰ ਵਾਲੇ ਪਾਸੇ ਸਾਡੇ ਹਿਮਾਲਿਆ ਪਰਬਤ ਸਥਿਤ ਹੈ। ਇਸ ਕਰਕੇ ਜੇਕਰ ਉਸ ਪਾਸੇ ਤੋਂ ਹਵਾ ਆਉਂਦੀ ਹੈ ਤਾਂ ਪਹਾੜ ਦਾ ਨਾਮ ਹਵਾ ਨੂੰ ਦਿੱਤਾ ਜਾਂਦਾ ਹੈ। ਵਿਦਿਆਰਥੀਓ, ਜਿਸ ਤਰ੍ਹਾਂ ਕਿ ਆਪਾਂ ਮੌਨਸੂਨ ਦਾ ਅਰਥ ਸਮਝਿਆ, ਮੌਨਸੂਨ ਦਾ ਅਰਥ ਹੁੰਦਾ ਹੈ ਮੌਸਮ, ਇਹ ਹਵਾ ਦੇ ਵਿੱਚ ਆਉਣ ਵਾਲੀਆਂ ਤਬਦੀਲੀਆਂ ਤੋਂ ਹੈ। ਤੇ ਇਹ ਵਰਤਾਰਾ ਕਿੱਥੇ ਜਿਹੜਾ ਕਿ
किस भूगोलिक स्थिति दे विच ये हुंदा है उस बारे जाणदे हां। यह वरतारा ये देखो मानचित्र की सहायता दे नाल मैं तुहानूं दसना चाहूँगा कि यह वरतारा जिहड़ा है 20 डिग्री दक्षिण तो 35 डिग्री उत्तरी अक्षांश अक्षांश हुंदे ने जिहड़े ये लैटीट्यूड्स ये 0 तो लैके 90 तक हुंदे ने, 90 उत्तर वाल ते 90 दक्षिण वाल। इस तरह यह 20 डिग्री दक्षिण तो आरंभ होके 35 डिग्री 35 यह कोई फिक्स नहीं है, हल्का या चेंज हो सकता है, 30 भी हो सकता है, किसी जगह ते 35 तक भी पहुँच सकता है, किसी जगह ते 30 तो भी नीचे तक यह जिहड़ा वरतारा है देखण नूं मिलदा है। तो इस खंड नूं अक्षांश तप्त खंड चलता रहता है। इत्थे जी है कि तप्त खंड है जिहड़ी तपश है जिहड़ी सूरज दीयां किरणां सिद्धियां पैंदियां हन, जिस दे कारण घट दबाव वाली स्थिति है जिहड़ी वो बन जाती है। घट दबाव वाली स्थिति का की असर हुंदा है अगे इस बारे आपां जानकारी प्राप्त करांगे। हुण देखो विद्यार्थियों, आपां कहा सीगा कि 20 डिग्री दक्षिण 20 डिग्री, ये देखो ये 15 डिग्री है साउथ, एस का मतलब साउथ है, एस का मतलब साउथ है 15 है, तो ये इत्थों को आप 20 लगा लें, 20 डिग्री साउथ, एस का मतलब दक्षिण, यही रेखा तो आपां गल कीती सी 35 डिग्री उत्तर, ये 35 डिग्री उत्तर आपां इत्थे लगा लिए। ये थोड़ा जिहा फर्क हो सकता क्योंकि ये 45 ते 35 है, लगभग धरती के इस खेत्र दे विच जिहड़ा मॉनसून का वरतारा है जिहड़ा वो हुंदा है। विद्यार्थियों, की तुहानूं भारत की भूगोलिक स्थिति पता है? भारत किन्ने अक्षांश तो किन्ने देशांतर तक है? जेकर नहीं तो मैं तुहानूं एक बहुत ही सरल जिहा तरीका दसांगा जिस नाल तुसीं भारत की भूगोलिक स्थिति कदे नहीं भुल पाओगे। की तुसीं ये तरीका जानना चाहोगे? हाँ जी बिल्कुल जी, आपां ये जानते हैं इस तरीके बारे कि किस तरह तुसीं भारत की भूगोलिक स्थिति हमेशा लिए याद रखना चाहोगे। तो विद्यार्थियों, पहला तुसीं 3 का पहाड़ा जिहड़ा वो याद रखना है, पर आरंभ कित्थों करना? आरंभ तुसीं 0 तो करना है, 0 तो स्टार्ट करना है, 0 3 6 ते 9। तो आओ लिखो 0 एक साइड ते लिखो 3 6 ते 9। की किया विद्यार्थियों? 3 का पहाड़ा 0 तो आरंभ करके 0 3 6 ते 9, बहुत सौखा है। इस तो बाद अगला स्टैप तुसीं की करना है 7 ते 8, 7 ते 8 लिखना है, एक बार 7 लिखना तो दूजी बार 8 लिखना। तो लिखते हैं जी 7 ते 8, दोबारा फिर लिखो जी नीचे वाले भाग ते भी 7 अते 8, एक ही बन गया 7 38 67 अते 98। तीजा होर इहदे विच स्टैप आपां डिग्री लिखांगे, बड़ी सौखी जी गल है डिग्री, ठीक है जी। तो लास्ट स्टैप है जिहड़ा वो है उपर वाले जिहड़े 2 डिजिट आपां लिखे ने उन्हां दे नाल आपां एन नॉर्थ, ते नीचे वाले जिहड़े 2 डिजिट लिखे ने इन्हां दे नाल आपां ई यानी कि ईस्ट। तो भारत की भूगोलिक स्थिति हो गई है जी 0 डिग्री 7 तो, माफ़ करना जी इत्थे आपां 8 करांगे, 8 ते 7, 8 ते 7 दोबारा कर लेने जी 0 3 6 ते 9, 8 7 8 7। अगला स्टैप डिग्री
ਡਿਗਰੀ ਇਸ ਦੇ ਨਾਲ ਨਾਰਥ ठीक है जी। तो विद्यार्थियों दोबारा सुन लवो जी, 8 डिग्री नॉर्थ तो 37 डिग्री नॉर्थ तक ते 68 डिग्री ईस्ट तो 97 डिग्री ईस्ट तक। तो हुण आपां पछाणदे हां, हुण आपां इस स्थिति के अनुसार पछाणदे हां भारत की स्थिति। ये 0 डिग्री है, 0 तो थोड़ा जिहा उपर लगभग इत्थे, क्योंकि जिहड़ा भारत का सब तो निचला पॉइंट इंदिरा पॉइंट वो 8 डिग्री ते स्थित है इत्थे, ते उपरला जिहड़ा ये 30 है, ये 45 है। इत्थे आपां जे 40 लगाइए तो इस तो थोड़ा जिहा नीचे 37 डिग्री, ये वाली रेखा ये 37 डिग्री, 37 डिग्री नॉर्थ ते 8 डिग्री नॉर्थ, ते दूजे पासे 68 ते 97, ये 60 है, ये 75 है। ये विचले पासे दी आपां 68 दी जिहड़ी रेखा ये बिल्कुल गुजरात दे नाल हुंदी हुई निकलेगी जी, ते दूजे पासे यह 105 है ते 90 है। ये विचों दी जिहड़ी 97 दी रेखा है। तो भारत इस भू भाग दे विच स्थित है जी। किन्ना है जी 8 तो 37 नॉर्थ वल ते 68 तो ईस्ट तो 97 ईस्ट जिहड़ा है यह पूर्व वल नूं स्थित है। ये जी भारत की भूगोलिक स्थिति। उम्मीद है बच्चों तुसीं यह याद रखोगे। हाँ जी, अगली गल जिहड़ी है वो है कि हवा जिहड़ी है हाई प्रैशर तो लो प्रैशर वाल नूं चलदी है। तुसीं विद्यार्थियों जेकर अपने साइकिल की ट्यूब दे विच हवा भरदे हो या अपनी फुटबॉल दे विच हवा भरदे हो पंप नाल, तुसीं पंप पुश करदे हो तां हवा का दबाव हत्थ दे नाल देखो कि हवा का दबाव है जिहड़ी हवा इकट्ठी होके किसी खास दिशा वाल ट्यूब राहीं जिहड़ी कि पंप दे नाल लगी हुई ट्यूब है उहदे राहीं तुहाडी साइकिल दे ट्यूब दे विच जाएगी या पिन राहीं ट्यूब ते पिन राहीं तुहाडी फुटबॉल दे विच जाएगी। तां हवा एक सधारण उदाहरण तो ही आपां देख सकते हैं कि हवा वध दबाव तो घट दबाव वाल चलती है। तो वध दबाव ते घट दबाव की स्थिति किवें पैदा हुंदी है, जिस तरह कि ये चित्र है। इस चित्र दे विच देखोगे कि जदों सूरज दीयां किरणां सूरज दीयां किरणां पैंदियां हन तां जिहड़ा धरती का हिस्सा है वह गर्म हो जाता है, जदों कि समुद्री हिस्सा गर्म तो हुंदा है पर उन्ना ज़्यादा गर्म नहीं हुंदा जिन्ना कि धरती का मुख भाग जिहड़ा भूमि वाला हिस्सा है वो ज़्यादा गर्म हो जाता है। इसे कारण जिहड़े कुछ शहर ने जिहड़े कि भारत के अंदरूनी भागों दे विच स्थित ने उन्हां दे विच ज़्यादा गर्मी हुंदी है, तो जिहड़े समुद्री किनारिਆਂ ਦੇ उत्ते स्थित ने जिवें कि मुंबई हो गया, कलकत्ता हो गया, चेन्नई हो गया, ਇਹੋ ਜਿਹੇ शहर ने ਜਿਹੜੇ कि समुद्री किनारिਆਂ ਦੇ उत्ते स्थित ने इन्हां दे विच जिहड़ा तापमान है वो घट हुंदा है मुकाबले जिहड़े अंदरूनी भाग जिवें कि दिल्ली हो गया, अपना पंजाब के हिस्से हो गए, इन्हां दे विच तापमान है जिहड़ा वो ज़्यादा हुंदा है। तां इसे स्थिति कारण हुण जदों इन्हां खेत्रां दे उत्ते जिहड़ा तापमान वध गया तां इत्थे हाई टैंपरेचर हो गया, वध तापमान हो गया, तो वध तापमान हो के हवा है जिहड़ी हवा का प्रैशर है जिहड़ा वो लो हो जाएगा। वो किस तरह जदों सूरज दी किरणां पैणगियां तां सूरज दी किरणां पैण दे नाल की हुंदा है कि जिहड़ी गर्मी उत्पन्न हुंदी है, गर्मी हवा नूं गर्म करदी है, तो गर्म हवा जिवें कि तुसीं विग्यान दे विच भी पढ़दे हो गर्म हवा उपर वल नूं उठदी है। जदों जेकर आपां देखीए कि आपां चुल्हा जगाउने हाँ, चुल्हा बालदे हाँ, तो उस समय की है कि चुल्हे का जिहड़ा धुआं है उपर वल नूं जांदा है क्योंकि वो एक तापमान उसका वध हुंदा है। तो इस तरह
ਜਿਹੜੀ ਗਰਮ ਹਵਾ ਹੈ ਉੱਪਰ ਉੱਠੇਗੀ ਤਾਂ ਇਸ ਜਗ੍ਹਾ ਦੇ ਉੱਤੇ ਜਿਹੜਾ ਖਾਲੀਪਨ ਹੈ, ਜਿਸ ਖੇਤਰ ਦੇ ਵਿੱਚੋਂ ਹਵਾ ਗਰਮ ਉੱਪਰ ਉੱਠੀ ਉਸ ਜਗ੍ਹਾ ਦੇ ਉੱਤੇ ਖਾਲੀਪਨ ਹੋ ਗਿਆ ਤੇ ਸਮੁੰਦਰ ਵਾਲੇ ਹਿੱਸੇ ਦੇ ਉੱਤੇ ਇਸ ਦੇ ਮੁਕਾਬਲੇ ਦਬਾਅ ਜਿਹੜਾ ਵੱਧ ਗਿਆ। ਤਾਂ ਇਸ ਵੱਧ ਦਬਾਅ ਦੇ ਨਾਲ ਜਿਹੜਾ ਇਸ ਖੇਤਰ ਵੱਲ ਨੂੰ ਹਵਾ, ਇਸ ਖਾਲੀ ਜਗ੍ਹਾ ਨੂੰ ਭਰਨ ਲਈ ਹਵਾ ਵੱਧ ਦਬਾਅ ਵਾਲੇ ਖੇਤਰ ਤੋਂ ਘੱਟ ਦਬਾਅ ਵਾਲੇ ਖੇਤਰ ਵੱਲ ਨੂੰ ਚੱਲਦੀ ਹੈ। ਇਸ ਤਰ੍ਹਾਂ ਜਿਹੜਾ ਮੌਨਸੂਨ ਦਾ ਪ੍ਰਚਲਨ ਹੈ ਉਹ ਆਰੰਭ ਹੋ ਜਾਂਦਾ ਹੈ। ਵਿਦਿਆਰਥੀਓ, ਆਪਾਂ ਇੱਕ ਵੀਡੀਓ ਦੇਖਦੇ ਹਾਂ। ਇੱਥੇ ਤੁਸੀਂ ਦੇਖੋਗੇ ਕਿ ਭਾਰਤ ਹੈ ਜਿਹੜਾ ਉਸ ਦੀ ਸਥਿਤੀ ਪ੍ਰਾਇਦੀਪੀ ਹੈ। ਪ੍ਰਾਇਦੀਪੀ ਮਤਲਬ 3 ਪਾਸੇ ਤੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਦੇਖੋ ਕਿ ਸੂਰਜ ਹੈ ਜਿਹੜਾ ਧੁੱਪ ਪੈ ਰਹੀ ਹੈ, ਧੁੱਪ ਸਮੁੰਦਰ ਤੇ ਵੀ ਪੈ ਰਹੀ ਹੈ ਤੇ ਭੂ ਭਾਗ ਤੇ ਵੀ ਪੈ ਰਹੀ ਹੈ, ਪਰ ਜਿਹੜਾ ਭੂਮੀ ਵਾਲਾ ਹਿੱਸਾ ਹੈ ਉਹ ਜ਼ਿਆਦਾ ਗਰਮ ਹੋ ਰਿਹਾ ਹੈ ਤੇ ਦੂਜਾ ਸਮੁੰਦਰ ਵਾਲਾ ਹਿੱਸਾ ਹੈ ਜਿਹੜਾ ਉਹ ਘੱਟ ਗਰਮ ਹੋ ਰਿਹਾ ਹੈ। ਤੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਦੇਖੋ, ਜਦੋਂ ਗਰਮ ਹਵਾ ਉੱਪਰ ਉੱਠਦੀ ਹੈ ਤਾਂ ਉੱਪਰ ਉੱਠ ਕੇ ਫਿਰ ਦੁਬਾਰਾ ਜਿਵੇਂ ਜਿਵੇਂ ਉੱਪਰ ਉੱਠਦੀ ਹੈ ਤਾਂ ਠੰਡੀ ਹੁੰਦੀ ਹੈ, ਤਾਂ ਜੋ ਹਵਾ ਦੇ ਵਿੱਚ ਧੂੜ ਕਣ ਹੁੰਦੇ ਹਨ ਉਹਨਾਂ ਦੇ ਆਲੇ ਦੁਆਲੇ ਜੋ ਵੀ ਵੇਪਰਸ ਹੁੰਦੇ ਨੇ, ਜਲ ਵਾਸ਼ਪ ਹੁੰਦੇ ਹਨ, ਉਹ ਇਕੱਠੇ ਹੋ ਕੇ ਬੱਦਲ ਹੌਲਾ ਹੌਲਾ ਸੰਘਣਨ ਦੀ ਕਿਰਿਆ ਦੇ ਨਾਲ ਬੱਦਲ ਬਣ ਜਾਂਦੇ ਹਨ ਤੇ ਬੱਦਲ ਜਿਹੜਾ ਕਿ ਵਰਖਾ ਦਾ ਰੂਪ ਇਖਤਿਆਰ ਕਰ ਲੈਂਦੇ ਹਨ। ਤੇ ਉਹਨਾਂ ਬੱਦਲਾਂ ਨੇ ਫਿਰ ਬਣਨ ਤੋਂ ਬਾਅਦ ਵਾਪਸ ਉਸੇ ਜਗ੍ਹਾ ਤੇ ਆਉਣਾ ਸੀਗਾ ਤੇ ਉਸ ਦੇ ਨਾਲ ਹੀ ਜਿਹੜਾ ਵਰਖਾ ਹੈ ਇਹ ਹੁੰਦੀ ਹੈ। ਵਿਦਿਆਰਥੀਓ, ਹੁਣ ਮੌਨਸੂਨ ਦਾ ਜਿਹੜਾ ਪ੍ਰਚਲਨ ਹੈ ਲੋ ਪ੍ਰੈਸ਼ਰ ਤੋਂ ਹਾਈ ਪ੍ਰੈਸ਼ਰ ਵੱਲ ਹੈ। ਦੁਬਾਰਾ ਦੇਖੋ ਜੀ, ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ। ਹੁਣ ਵਿਦਿਆਰਥੀ ਇੱਕ ਖਾਸ ਗੱਲ ਦਾ ਆਪਾਂ ਧਿਆਨ ਰੱਖਾਂਗੇ, ਉਹ ਹੈ ITCZ। ITCZ ਕੀ ਹੁੰਦਾ ਹੈ? ਅੰਤਰ ਊਸ਼ਣ ਸੁਮੇਲ ਖੰਡ। ਅੰਤਰ ਊਸ਼ਣ ਸੁਮੇਲ ਖੰਡ, ਇੰਟਰਟ੍ਰੋਪੀਕਲ ਕਨਵਰਜੈਂਸ ਜ਼ੋਨ। ਇਹ ਕੀ ਵਰਤਾਰਾ ਹੁੰਦਾ ਹੈ? ਇਹਨੂੰ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਭੂ-ਮੱਧ ਰੇਖਾ ਦੀ ਆਪਾਂ ਗੱਲ ਕਰੀਏ ਕਿ ਭੂ-ਮੱਧ ਰੇਖਾ ਦੇ ਉੱਤੇ ਸਾਰਾ ਸਾਲ ਹੈ ਜਿਹੜਾ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਇਸ ਕਰਕੇ ਉੱਥੇ ਗਰਮੀ ਸੰਸਾਰ ਦੇ ਬਾਕੀ ਭਾਗਾਂ ਨਾਲੋਂ ਵੱਧ ਹੁੰਦੀ ਹੈ। ਪਰ ਜਿਹੜਾ ਸੂਰਜ ਹੈ ਉਸ ਦੀ ਸਥਿਤੀ, ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਧਰਤੀ ਹੈ ਸੂਰਜ ਦੁਆਲੇ 1 ਸਾਲ ਦੇ ਵਿੱਚ ਚੱਕਰ ਕੱਟਦੀ ਹੈ। ਇਸ ਚੱਕਰ ਦੇ ਦੌਰਾਨ ਧਰਤੀ ਦੇ ਹਰ ਇੱਕ ਹਿੱਸੇ ਦੇ ਉੱਤੇ ਜਿਹੜੀ ਸੂਰਜ ਦੀ ਪ੍ਰਕਿਰਿਆ ਹੈ ਉਹ ਵੱਧਦੀ ਘਟਦੀ ਹੈ। ਕਦੇ ਕਿਸੇ ਹਿੱਸੇ ਦੇ ਉੱਤੇ ਜਦੋਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ ਤਾਂ ਗਰਮੀ ਹੁੰਦੀ ਹੈ, ਜਦੋਂ ਕਿ ਉਸ ਦੇ ਉਲਟ ਵਾਲੇ ਪਾਸੇ ਜਿਹੜੀ ਸਰਦੀ ਹੋ ਜਾਂਦੀ ਹੈ। ਉਸੇ ਤਰ੍ਹਾਂ ਫਿਰ ਧਰਤੀ ਦੀ ਸਥਿਤੀ ਬਦਲਦੀ ਹੈ ਤੇ ਸੂਰਜ ਦੀਆਂ ਕਿਰਨਾਂ ਧਰਤੀ ਦੇ ਕਿਸੇ ਹੋਰ ਭਾਗ ਤੇ ਪੈਂਦੀਆਂ ਹਨ ਤਾਂ ਉੱਥੇ ਜਿਹੜੀ ਹੈ ਗਰਮੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਸਰਦੀ ਹੈ। ਇਸ ਤਰ੍ਹਾਂ ਜਿਹੜੀਆਂ ਰੁੱਤਾਂ ਨੇ ਉਹ ਤਬਦੀਲ ਹੁੰਦੀਆਂ ਨੇ ਤੇ ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ ਉੱਥੇ ਲੋ ਪ੍ਰੈਸ਼ਰ ਏਰੀਆ, ਘੱਟ ਦਬਾਅ ਦਾ ਖੇਤਰ ਹੈ ਜਿਹੜਾ ਬਣ ਜਾਂਦਾ ਹੈ ਤੇ ਹਵਾਵਾਂ ਵੱਧ ਦਬਾਅ ਵਾਲੇ ਖੇਤਰ ਤੋਂ ਘੱਟ ਦਬਾਅ ਵਾਲੇ ਖੇਤਰ ਵੱਲ ਨੂੰ ਜਾਂਦੀਆਂ ਹਨ। ਤੇ ਇਹ ਜਿਹੜਾ ITCZ ਦਾ ਜ਼ੋਨ ਹੈ, ਇਹ ਸੂਰਜ ਦੀਆਂ ਕਿਰਨਾਂ ਜਿੱਥੇ ਸਿੱਧੀਆਂ ਪੈਂਦੀਆਂ ਹਨ ਉਸੇ ਸੂਰਜ ਦੀ ਸਥਿਤੀ ਦੇ ਅਨੁਸਾਰ ਹੀ ਇਹ ਸੰਸਾਰ ਦੇ ਭਾਗਾਂ ਦੇ ਉੱਤੇ ਜਿਹੜਾ ਹੈ ਬਦਲਦਾ ਰਹਿੰਦਾ ਹੈ, ਕਦੇ ਉੱਤਰੀ ਗੋਲਾ ਅਰਧ ਦੇ ਵਿੱਚ ਤੇ ਕਦੇ ਦੱਖਣੀ ਗੋਲਾ ਅਰਧ ਦੇ ਵਿੱਚ। ਇਹ ਇੱਕ ਵੀਡੀਓ ਦੇ ਰਾਹੀਂ ਆਪਾਂ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਆਓ ਜੀ ਦੇਖਦੇ ਹਾਂ ਇੱਕ ਵੀਡੀਓ। ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਦੇ ਉੱਤੇ ਸਿੱਧੀਆਂ ਪੈ ਰਹੀਆਂ ਹਨ। ਇਹ ਲੋ ਪ੍ਰੈਸ਼ਰ ਏਰੀਆ ਹੈ, ਲੋ ਪ੍ਰੈਸ਼ਰ ਏਰੀਆ ਹੈ, ਘੱਟ ਦਬਾਅ ਦਾ ਖੇਤਰ। ਫਿਰ ਉਸ ਤੋਂ ਬਾਅਦ ਸੂਰਜ ਦੀ ਸਥਿਤੀ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ। ਹੁਣ ਤੁਸੀਂ ਦੇਖੋਗੇ ਕਿ ਸੂਰਜ ਦੀਆਂ ਕਿਰਨਾਂ ਮੱਕਰ ਰੇਖਾ ਦੇ ਉੱਤੇ ਸਿੱਧੀਆਂ ਪੈਣਗੀਆਂ ਤਾਂ ਜਿਹੜਾ ਦੱਖਣੀ ਗੋਲਾ ਅਰਧ ਹੈ ਉਸ ਵਿੱਚ ਗਰਮੀ ਤੇ ਭਾਰਤੀ ਉਪ ਮਹਾਦੀਪ ਜਿਹੜਾ ਕਿ ਉੱਤਰੀ ਗੋਲਾ ਅਰਧ ਵਿੱਚ ਹੈ ਉਹਨਾਂ ਭਾਗਾਂ ਦੇ ਵਿੱਚ ਜਿਹੜੀ ਸਰਦੀ ਹੋਵੇਗੀ। ਇਸ ਤੋਂ ਬਾਅਦ ਜਿਹੜੀ ਸੂਰਜ ਦੀ ਸਥਿਤੀ ਬਦਲਦੀ ਹੈ, ਜੋ ਕਿ ਅੱਜ ਕੱਲ੍ਹ ਦੀ ਸਥਿਤੀ ਹੈ ਕਿ ਸੂਰਜ ਹੈ ਜਿਹੜਾ ਕਰਕ ਰੇਖਾ ਵੱਲ ਪੈ ਰਿਹਾ। ਸੂਰਜ ਦੀਆਂ ਕਿਰਨਾਂ ਜ਼ਿਆਦਾਤਰ ਕਰਕ ਰੇਖਾ ਤੇ ਪੈ ਰਹੀਆਂ ਹਨ ਤਾਂ ਇਸ ਕਾਰਨ ਉੱਤਰੀ ਗੋਲਾ ਅਰਧ ਦੇ ਵਿੱਚ
ਗਰਮੀ ਹੈ ਤੇ ਦੱਖਣੀ ਗੋਲਾ ਅਰਧ ਦੇ ਵਿੱਚ ਸਰਦੀ ਹੈ। ਇਹ ਲੋ ਪ੍ਰੈਸ਼ਰ ਦਾ ਏਰੀਆ ਮਾਰਚ ਮਹੀਨੇ ਦੇ ਵਿੱਚ, ਜਦੋਂ ਮਾਰਚ ਤੇ ਸਤੰਬਰ 23 ਮਾਰਚ ਅਤੇ ਲਗਭਗ 21 ਤੇ 22 ਸਤੰਬਰ ਦੇ ਆਸ-ਪਾਸ ਜਿਹੜਾ ਦਿਨ ਤੇ ਰਾਤ ਦੀ ਜਿਹੜੀ ਬਰਾਬਰੀ ਹੁੰਦੀ ਹੈ, ਉਨਾ ਹੀ ਵੱਡਾ ਦਿਨ ਹੁੰਦਾ ਹੈ ਤੇ ਉਨੀ ਹੀ ਵੱਡੀ ਰਾਤ ਹੁੰਦੀ ਹੈ। ਭਾਵ ਉਸ ਮਹੀਨੇ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਸਿੱਧੀਆਂ ਭੂਮੱਧ ਰੇਖਾ ਦੇ ਉੱਤੇ ਪੈਂਦੀਆਂ ਹਨ। ਤਾਂ ਦੋਨਾਂ ਗੋਲਾ ਅਰਧ ਦੇ ਵਿੱਚ ਜਿਹੜੀ ਦਿਨਾਂ ਦੀ ਲੰਬਾਈ ਹੈ ਲਗਭਗ ਬਰਾਬਰ ਹੀ ਹੋ ਜਾਂਦੀ ਹੈ। ਹੁਣ ਜਿਹੜਾ ਘੱਟ ਦਬਾਅ ਦਾ ਖੇਤਰ ਹੈ ਉਹ ਕੈਲੰਡਰ ਦੇ ਅਨੁਸਾਰ ਬਦਲਦਾ ਹੈ। ਪਹਿਲੇ 6 ਮਹੀਨੇ ਮਾਰਚ ਤੋਂ ਬਾਅਦ ਜਿਹੜੇ ਅਗਲੇ 6 ਮਹੀਨੇ ਆਉਂਦੇ ਹਨ ਉਹਨਾਂ ਦੇ ਵਿੱਚ ਗੋਲਾ ਉੱਤਰੀ ਗੋਲਾ ਅਰਧ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਦੱਖਣੀ ਗੋਲਾ ਅਰਧ ਦੇ ਵਿੱਚ ਜਾਂਦਾ ਹੈ। ਹੁਣ ਸਥਿਤੀ ਮਾਰਚ ਤੋਂ ਲੈ ਕੇ ਸਤੰਬਰ ਤੱਕ ਦੀ ਜਦੋਂ ਇਹ ਪ੍ਰਕਿਰਿਆ ਉੱਤਰੀ ਗੋਲਾ ਅਰਧ ਦੇ ਵਿੱਚ ਹੁੰਦੀ ਹੈ। ਜੂਨ ਦੇ ਮਹੀਨੇ ਦੇ ਵਿੱਚ ਘੱਟ ਦਬਾਅ ਦਾ ਖੇਤਰ ਹੈ ਜਿਹੜਾ ਇਹ ਭਾਰਤੀ ਉਪ ਮਹਾਦੀਪ ਦੇ ਉੱਤੇ ਬਣਿਆ ਹੋਇਆ ਹੈ, ਜਿਸ ਕਾਰਨ ਇਹ ਸਾਰਾ ਖੇਤਰ ਜਿਹੜਾ ਕਿ ਇਹ ਹਾਈਲਾਈਟ ਕੀਤਾ ਹੋਇਆ ਹੈ ਤਾਂ ਇਹ ਵਰਖਾ ਵਾਲਾ ਖੇਤਰ ਹੈ। ਤਾਂ ਇਹ ਘੱਟ ਦਬਾਅ ਦਾ ਖੇਤਰ ਹੈ ਜਿਹੜਾ ਵਰਖਾ ਲੈ ਕੇ ਆਉਂਦਾ ਹੈ। ਤਾਂ ਇਸ ਦੀ ਸਥਿਤੀ ਇਸ ਤਰ੍ਹਾਂ ਜਿਹੜੀ ਹੈ ਜੂਨ ਦੇ ਮਹੀਨੇ ਵਿੱਚ, ਜੂਨ ਤੋਂ ਜੁਲਾਈ ਦੇ ਮਹੀਨੇ ਦੇ ਵਿੱਚ ਇਹ ਦੇਖੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਇਹ ਦੱਖਣੀ ਗੋਲਾ ਅਰਧ ਦੇ ਵਿੱਚ ਜਿਹੜਾ ਹੈ ਤਬਦੀਲ ਹੁੰਦਾ ਹੈ। ਇਹ ਸਥਿਤੀ ਦੱਖਣੀ ਗੋਲਾ ਅਰਧ ਦੇ ਵਿੱਚ ਜਦੋਂ ਤਬਦੀਲ ਹੁੰਦੀ ਹੈ ਤਾਂ ਸਾਡੇ ਭੂ ਭਾਗ ਦੇ ਵਿੱਚ, ਸਾਡੇ ਭਾਰਤੀ ਉਪ ਮਹਾਦੀਪ ਦੇ ਵਿੱਚ ਖੁਸ਼ਕੀ ਭਰਿਆ ਮੌਸਮ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਤੇ ਇਸ ਸਮੇਂ ਸਰਦੀ ਦਾ ਮੌਸਮ, ਸੂਰਜ ਦੀਆਂ ਸਿੱਧੀਆਂ ਕਿਰਨਾਂ ਜਿਹੜੀਆਂ ਨੇ ਉਹ ਮੱਕਰ ਰੇਖਾ ਤੇ ਪੈਂਦੀਆਂ ਹਨ ਤੇ ਇਸ ਦੇ ਨਾਲ ਮੱਕਰ ਰੇਖਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਗਰਮੀ ਤੇ ਸਾਡੇ ਜਿਹੜੇ ਕਰਕ ਰੇਖਾ ਦੇ ਆਸ-ਪਾਸ ਦੇ ਖੇਤਰ ਨੇ ਉਹਨਾਂ ਦੇ ਵਿੱਚ ਸਰਦੀ ਵਾਲਾ ਮੌਸਮ ਹੈ ਜਿਹੜਾ ਉਹ ਚੱਲ ਰਿਹਾ ਹੁੰਦਾ ਹੈ, ਸੀਜ਼ਨ ਹੈ ਜਿਹੜਾ ਚੱਲ ਰਿਹਾ ਹੁੰਦਾ ਹੈ। ਇਹ ਵਿਦਿਆਰਥੀਓ ਵਰਖਾ ਦੀ ਜਿਹੜੀ ਸਥਿਤੀ ਹੈ ਕਿ ਕਿਹੜੇ ਮਹੀਨੇ ਦੇ ਵਿੱਚ ਕਿੰਨੀ ਵਰਖਾ ਕਿਸ ਕਿਸ ਖੇਤਰ ਦੇ ਵਿੱਚ ਹੁੰਦੀ ਹੈ, ਇਹ ਭੂਮੱਧ ਰੇਖਾ ਤੇ ਦੂਜੀ ਸਥਿਤੀ ਹੈ ਜਿਹੜੀ ਇਹ ਕਰਕ ਰੇਖਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਤੇ ਤੀਜੀ ਸਥਿਤੀ ਹੈ ਜਿਹੜੀ ਇਹ ਮੱਕਰ ਰੇਖਾ ਦੇ ਖੇਤਰਾਂ ਦੇ ਵਿੱਚ। ਤਾਂ ਇਸ ਡਾਇਗਰਾਮ ਤੋਂ ਆਪਾਂ ਖਿਆਲ ਕਰੀਏ ਕਿ ਬਾਰ ਡਾਇਗਰਾਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਭੂ ਭਾਗਾਂ ਦੇ ਵਿੱਚ ਜਿਹੜੀ ਵਰਖਾ ਹੈ ਉਹ ਲਗਭਗ ਜੂਨ ਦੇ ਮਹੀਨੇ ਤੋਂ ਲੈ ਕੇ ਸਤੰਬਰ ਤੱਕ ਚੱਲਦੀ ਹੈ ਤੇ ਜਦੋਂ ਕਿ ਇਕਟੋਰੀਅਲ ਖੇਤਰਾਂ ਦੇ ਵਿੱਚ, ਭੂਮੱਧ ਰੇਖਾ ਵਾਲੇ ਖੇਤਰਾਂ ਦੇ ਵਿੱਚ ਇਹ ਲਗਭਗ ਸਾਰਾ ਸਾਲ ਵਰਖਾ ਦੀ ਸਥਿਤੀ ਹੈ ਜਿਹੜੀ ਕਿਸੇ ਮਹੀਨੇ ਘੱਟ ਤੇ ਕਿਸੇ ਮਹੀਨੇ ਜ਼ਿਆਦਾ ਇਹ ਬਣੀ ਰਹਿੰਦੀ ਹੈ। ਜਦੋਂ ਕਿ ਦੱਖਣੀ ਗੋਲਾ ਅਰਧ ਦੇ ਵਿੱਚ ਇਹ ਦਸੰਬਰ ਤੋਂ ਲੈ ਕੇ ਮਾਰਚ ਤੱਕ ਦੇ ਮਹੀਨਿਆਂ ਦੇ ਵਿੱਚ ਵਰਖਾ ਹੈ ਜਿਹੜੀ ਉਹ ਹੁੰਦੀ ਹੈ। ਮੌਨਸੂਨ ਦਾ ਆਗਮਨ ਜਿਹੜਾ ਹੈ 1 ਜੂਨ ਤੋਂ ਸ਼ੁਰੂ ਹੋ ਜਾਂਦਾ ਹੈ ਭਾਰਤੀ ਮਹਾਦੀਪ ਦੇ ਵਿੱਚ। 1 ਜੂਨ ਤੋਂ ਜਿਹੜਾ ਮੌਨਸੂਨ ਦਾ ਆਗਮਨ ਹੈ ਉਹ ਆਰੰਭ ਹੋ ਜਾਂਦਾ ਹੈ। ਫਿਰ ਇਹ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਇਹ ਮੌਨਸੂਨ ਪੌਣਾਂ ਨੇ ਭਾਰਤ ਦੇ ਬਾਕੀ ਭਾਗਾਂ ਦੇ ਵਿੱਚ ਦਾਖਲ ਹੁੰਦੀਆਂ ਹਨ। ਤਾਂ ਇਸ ਤਰ੍ਹਾਂ ਇਹ ਪ੍ਰਕਿਰਿਆ ਲਗਭਗ 1 ਤੋਂ ਸਵਾ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਹੈ। ਤੇ 1 ਜੂਨ ਦੀ ਜਿਹੜੀ ਸਥਿਤੀ ਹੈ ਇਸ ਦੇ ਵਿੱਚ ਤਬਦੀਲੀ ਹੋ ਸਕਦੀ ਹੈ ਜੀ। ਵਿਦਿਆਰਥੀਓ ਯਾਦ ਰੱਖਣਾ ਕਿ 1 ਜੂਨ ਹੈ ਜਿਹੜੀ ਕੋਈ ਫਿਕਸ ਤਾਰੀਖ ਨਹੀਂ ਹੈ, ਇਹਦੇ ਵਿੱਚ 2-4 ਦਿਨਾਂ ਦਾ, ਕਈ ਵਾਰ 8-8 ਦਿਨਾਂ ਦਾ ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕਦਾ ਹੈ। ਕਦੇ ਇਹ 28 ਜਾਂ 27 ਮਈ ਹੋ ਸਕਦੀ ਹੈ, ਕਦੇ ਇਹ 5 ਜੂਨ ਤੱਕ ਵੀ ਹੋ ਸਕਦੀ ਹੈ। 7-8 ਦਿਨਾਂ ਤੱਕ ਦਾ, 1-2 ਦਿਨ ਤੋਂ ਲੈ ਕੇ 7-8 ਦਿਨਾਂ ਤੱਕ ਦੇ ਅੰਤਰਾਲ ਦੇ ਵਿੱਚ ਮੌਨਸੂਨ ਦੀ ਜਿਹੜੀ ਸਥਿਤੀ ਹੈ ਅੱਗੇ ਪਿੱਛੇ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਇਹ ਜਿਸ ਤਰ੍ਹਾਂ ਕਿ ਪੂਰਾ 1 ਮਹੀਨੇ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ ਆਪਣਾ ਮੌਨਸੂਨ ਹੈ ਜਿਹੜਾ ਆਪਣਾ ਰੰਗ ਦਿਖਾਉਂਦਾ ਹੈ। ਇਸ ਦੇ ਵਿੱਚ ਵੀ ਕਈ ਵਾਰ ਕਾਫੀ ਤੇਜ਼ੀ ਨਾਲ
ਵੱਧਦੀ ਹੈ ਤੇ ਕਈ ਵਾਰ ਇਸ ਦੀ ਰਫ਼ਤਾਰ ਹੈ ਜਿਹੜੀ ਉਹ ਘਟ ਜਾਂਦੀ ਹੈ। ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਵਿਦਿਆਰਥੀਓ, ਜਦੋਂ ਤੁਹਾਡੇ ਸਕੂਲ ਖੁੱਲ੍ਹਣ ਵਾਲੇ ਸੀਗੇ ਲਗਭਗ 30 ਜੂਨ ਜਾਂ 1 ਜੁਲਾਈ ਦੇ ਆਸ-ਪਾਸ ਸਾਨੂੰ ਬਹੁਤ ਹੀ ਵਧੀਆ ਵਰਖਾ ਜਿਹੜੀ ਦੇਖਣ ਨੂੰ ਮਿਲੀ। ਤਾਂ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਹੈ ਜਿਹੜੀ ਉਹ 1 ਜੁਲਾਈ ਦੇ ਆਸ-ਪਾਸ ਹੁੰਦੀ ਹੈ। ਇਸ ਦੇ ਵਿੱਚ 1-2 ਦਿਨਾਂ ਦਾ ਹੇਰ ਫੇਰ ਹੈ ਜਿਹੜਾ ਉਹ ਹੋ ਜਾਂਦਾ ਹੈ। ਕਦੇ ਇਹ 2-3 ਦਿਨ ਪਹਿਲਾਂ ਹੋ ਜਾਂਦੀ ਹੈ ਤੇ ਕਦੇ 2-3 ਦਿਨ ਜਾਂ 4-5 ਦਿਨ ਦੇ ਅੰਤਰਾਲ ਦੇ ਨਾਲ ਅੱਗੇ ਜਾਂ ਪਿੱਛੇ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜੀਆਂ ਮੌਨਸੂਨ ਪੌਣਾਂ ਭਾਰਤ ਦੇ ਵਿੱਚ ਦਾਖਲ ਹੁੰਦੀਆਂ ਹਨ। ਇਹ ਤੁਸੀਂ ਤੀਰ ਦੇ ਨਿਸ਼ਾਨ ਦੇਖ ਰਹੇ ਹੋ, ਇਹ ਮੌਨਸੂਨ ਪੌਣਾਂ ਦੀ ਸਥਿਤੀ ਹੈ। ਹੁਣ ਇਸ ਚਿੱਤਰ ਦੇ ਵਿੱਚੋਂ ਤੁਸੀਂ ਦੇਖੋਗੇ ਕਿ ਮੌਨਸੂਨ ਪੌਣਾਂ ਦੀਆਂ 2 ਬ੍ਰਾਂਚਾਂ ਹੁੰਦੀਆਂ ਹਨ, ਇੱਕ ਅਰਬ ਸਾਗਰ ਵਾਲੇ ਪਾਸਿਓਂ ਤੇ ਇੱਕ ਬੰਗਾਲ ਦੀ ਖਾੜੀ ਵਾਲੇ ਪਾਸਿਓਂ। ਇਸ ਸਥਿਤੀ ਦੇ ਉੱਤੇ ਅਰਾਵਲੀ ਪਰਬਤ ਸਥਿਤ ਹਨ। ਇਹ ਅਰਾਵਲੀ ਪਰਬਤ ਵਰਖਾ ਦੇ ਰਾਹ ਦੇ ਵਿੱਚ ਰੁਕਾਵਟ ਬਣਦੇ ਹਨ ਤੇ ਇਹ ਪੌੜਾਂ ਜਿਹੜੀਆਂ ਅਰਾਵਲੀ ਪਰਬਤ ਦੇ ਸਮਾਨਾਂਤਰ ਹੁੰਦੀਆਂ ਹੋਈਆਂ ਦਿੱਲੀ ਦੇ ਨੇੜੇ ਜਾ ਕੇ ਦੂਜੀ ਬ੍ਰਾਂਚ ਹੈ ਜਿਹੜੀ ਅਰਬ ਸਾਗਰ ਖਾੜੀ ਬੰਗਾਲ ਵੱਲੋਂ ਆ ਰਹੀ ਹੈ ਤੇ ਅਰਬ ਸਾਗਰ ਵੱਲੋਂ ਆਉਣ ਵਾਲੀ ਬ੍ਰਾਂਚ, ਇਹ ਦੋਨੋਂ ਇਕੱਠੀਆਂ ਹੋ ਕੇ ਦਿੱਲੀ ਦੇ ਆਸ-ਪਾਸ ਹੁੰਦੀਆਂ ਹੋਈਆਂ ਪੰਜਾਬ ਦੇ ਵਿੱਚ ਦਾਖਲ ਹੁੰਦੀਆਂ ਨੇ। ਭਾਵ ਕਿ ਦਿੱਲੀ ਦੇ ਨੇੜੇ ਦੇ ਖੇਤਰਾਂ ਦੇ ਵਿੱਚ ਮੌਨਸੂਨ ਦੀਆਂ ਦੋਨੋਂ ਬ੍ਰਾਂਚਾਂ ਨੇ ਜਿਹੜੀਆਂ ਉਹ ਇਕੱਤਰ ਹੋ ਕੇ ਅੱਗੇ ਵੱਲ ਨੂੰ ਵਧਦੀਆਂ ਹਨ। ਇਹ ਵਰਤਾਰਾ ਜੂਨ ਤੋਂ ਸਤੰਬਰ ਤੱਕ ਚੱਲਦਾ ਹੈ। ਤੇ ਵਿਦਿਆਰਥੀਓ, ਇਹ ਸੀਗੀ ਮੌਨਸੂਨ ਦੀ ਆਮਦ। ਤੇ ਹੁਣ ਆਪਾਂ ਗੱਲ ਕਰਦੇ ਹਾਂ ਵਾਪਸੀ ਦੀ। ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਕੁਦਰਤ ਦਾ ਨਿਯਮ ਹੈ, ਸੰਤੁਲਨ ਬਣਿਆ ਹੋਇਆ ਹੈ। ਜੋ ਚੀਜ਼ ਇੱਕ ਵਾਰ ਗਈ ਹੈ ਉਸਨੇ ਵਾਪਸ ਵੀ ਆਉਣਾ ਹੈ, ਚਾਹੇ ਉਹ ਪੌਣ ਹੀ ਕਿਉਂ ਨਾ ਹੋਵੇ ਜਾਂ ਸਾਡਾ ਗਰਮੀ ਤੇ ਸਰਦੀ ਦਾ ਮੌਸਮ ਹੀ ਕਿਉਂ ਨਾ ਹੋਵੇ। ਇਹ ਆਪਣੀ ਚੱਕਰ ਦੇ ਅਨੁਸਾਰ ਇਹ ਵਾਪਸ ਆਉਂਦਾ ਹੈ। ਤਾਂ ਜਿਹੜੀ ਮੌਨਸੂਨ ਦੀ ਵਾਪਸੀ ਹੈ ਉਹ ਸਤੰਬਰ ਮਹੀਨੇ ਤੋਂ ਆਰੰਭ ਹੋ ਜਾਂਦੀ ਹੈ ਤੇ ਇਹ ਸਤੰਬਰ, ਅਕਤੂਬਰ, ਨਵੰਬਰ ਤੇ ਦਸੰਬਰ ਤੱਕ ਜਿਹੜੀ ਵਾਪਸੀ ਹੈ ਮੌਨਸੂਨ ਦੀ ਪੂਰੀ ਤਰ੍ਹਾਂ ਹੋ ਜਾਂਦੀ ਹੈ। ਤੇ ਇਸ ਦੇ ਵਿੱਚ ਆਪਾਂ ਯਾਦ ਰੱਖਣਾ ਕਿ ਪੌਣਾਂ ਨੇ ਜਿਹੜੀਆਂ ਇਹ ਥਲਵਰਤੀ ਭਾਗਾਂ ਤੋਂ ਜਲ ਵੱਲ, ਸਮੁੰਦਰ ਵੱਲ ਨੂੰ ਜਾ ਰਹੀਆਂ ਹੋਣਗੀਆਂ। ਭਾਵ ਕਿ ਭੂ ਭਾਗਾਂ ਤੋਂ, ਥਲਵਰਤੀ ਭਾਗਾਂ ਤੋਂ ਸਮੁੰਦਰ ਵੱਲ ਨੂੰ, ਮਿੱਟੀ ਵਾਲੇ ਹਿੱਸਿਆਂ ਤੋਂ ਪਾਣੀ ਵੱਲ ਨੂੰ। ਇਹ ਸਥਿਤੀ ਹੈ ਜੀ। ਇਸ ਚਿੱਤਰ ਰਾਹੀਂ ਤੁਸੀਂ ਦੇਖੋਗੇ ਕਿ ਜਿਹੜਾ 1 ਸਤੰਬਰ ਤੋਂ, ਜਿਸ ਤਰ੍ਹਾਂ ਆਪਾਂ ਗੱਲ ਕਰੀ ਸੀਗੀ, ਇਹ ਵਾਪਸੀ ਇਹਨਾਂ ਦੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ 15 ਸਤੰਬਰ, ਫਿਰ 1 ਅਕਤੂਬਰ ਤੇ ਇਸ ਤਰ੍ਹਾਂ ਫਿਰ ਨਵੰਬਰ। ਤੇ ਹੁਣ ਜਿਹੜੀ ਯਾਦ ਰੱਖਣ ਯੋਗ ਗੱਲ ਹੈ, ਇੱਕ ਤਾਂ ਇਹ ਹੈ ਕਿ ਜਦੋਂ ਵਾਪਸ ਮੁੜਦੀਆਂ ਹਨ, ਜੇਕਰ ਇਹਨਾਂ ਦੇ ਵਿੱਚ ਥੋੜ੍ਹੀ ਬਹੁਤੀ ਨਮੀ ਬਚਦੀ ਹੈ ਤਾਂ ਇਹ ਪੰਜਾਬ ਤੇ ਹਰਿਆਣਾ ਦੇ ਭਾਗਾਂ ਦੇ ਵਿੱਚ ਕੋਈ ਹਲਕੀ ਜਿਹੀ ਵਰਖਾ ਜਿਹੜੀ ਉਹ ਕਰ ਦਿੰਦੀਆਂ ਹਨ। ਪਰ ਉਸ ਤੋਂ ਬਾਅਦ ਇਹ ਸਾਰੀਆਂ ਪੌਣਾਂ ਖੁਸ਼ਕ ਹੁੰਦੀਆਂ ਹਨ। ਜਦੋਂ ਇਹ ਬੰਗਾਲ ਦੀ ਖਾੜੀ ਦੇ ਆਸ-ਪਾਸ ਦੇ ਤਟਵਰਤੀ ਖੇਤਰਾਂ ਵਿੱਚ ਪਹੁੰਚ ਕੇ ਫਿਰ ਸਮੁੰਦਰੀ ਖੇਤਰ ਵਿੱਚ ਦਾਖਲ ਹੁੰਦੀਆਂ ਹਨ ਤਾਂ ਇੱਥੇ ਇਹ ਖੁਸ਼ਕ ਪੌਣਾਂ ਨਮੀ ਗ੍ਰਹਿਣ ਕਰ ਲੈਂਦੀਆਂ ਨੇ। ਇਸ ਨਮੀ ਗ੍ਰਹਿਣ ਕਰਨ ਤੋਂ ਬਾਅਦ ਇਸ ਖੇਤਰ ਦੇ ਵਿੱਚ ਵੱਧ ਦਬਾਅ ਵਾਲਾ ਖੇਤਰ ਹੁੰਦਾ ਹੈ ਤੇ ਇਸ ਖੇਤਰ ਦੇ ਵਿੱਚ ਇਸ ਦੇ ਮੁਕਾਬਲੇ ਘੱਟ ਦਬਾਅ ਵਾਲਾ ਖੇਤਰ ਹੁੰਦਾ ਹੈ। ਤਾਂ ਇੱਥੇ ਲੋ ਪ੍ਰੈਸ਼ਰ ਏਰੀਆ ਨਮੀ ਗ੍ਰਹਿਣ ਕਰਕੇ ਚੱਕਰਵਾਤ ਦੀ ਸਥਿਤੀ ਹੈ ਜਿਹੜੀ ਪੈਦਾ ਹੋ ਜਾਂਦੀ ਹੈ। ਤੇ ਇਹ ਚੱਕਰਵਾਤ ਫਿਰ ਕਈ ਵਾਰ ਤਾਂ ਦੂਜੇ ਪਾਸੇ ਨੂੰ ਚਲੇ ਜਾਂਦੇ ਹਨ, ਅੰਡੇਮਾਨ ਨਿਕੋਬਾਰ ਕ੍ਰਾਸ ਕਰਦੇ ਹੋਏ ਦੱਖਣ ਪੂਰਬੀ ਏਸ਼ੀਆ ਵੱਲ ਨੂੰ ਚਲੇ ਜਾਂਦੇ ਹਨ ਤੇ ਕਈ ਵਾਰ ਸਾਡੇ ਪੂਰਬੀ ਤੱਟਾਂ ਦੇ ਉੱਤੇ ਆ ਜਾਂਦੇ ਹਨ। ਤਾਂ ਇਸ ਤਰ੍ਹਾਂ ਕਈ ਵਾਰ ਇਹ ਚੱਕਰਵਾਤੀ ਤੂਫਾਨ ਨੇ ਜਿਹੜੇ ਭਾਰਤ ਦੇ ਵਿੱਚ ਸਰਦੀ ਦੇ ਵਿੱਚ ਵਰਖਾ ਕਰਦੇ ਹਨ ਤੇ ਖਾਸ ਕਰਕੇ ਜਿਹੜੀ ਸਰਦੀ ਦੀ ਵਰਖਾ ਹੈ ਉਹ ਤਾਮਿਲਨਾਡੂ ਦੇ ਤੱਟਾਂ ਦੇ ਉੱਤੇ, ਆਂਧਰਾ ਪ੍ਰਦੇਸ਼ ਦੇ ਤੱਟਾਂ ਦੇ ਉੱਤੇ ਜਾਂ ਉੜੀਸਾ ਦੇ ਤੱਟਾਂ ਦੇ ਉੱਤੇ ਹੁੰਦੀ ਹੈ। ਤੇ ਇਹ ਚੱਕਰਵਾਤੀ ਤੂਫਾਨ ਕਈ ਵਾਰ ਇੰਨੀ ਜ਼ਿਆਦਾ ਵਰਖਾ ਕਰ ਦਿੰਦੇ ਹਨ ਕਿ ਹੜ੍ਹਾਂ ਵਰਗੀ ਸਥਿਤੀ ਵੀ ਪੈਦਾ ਕਰ ਦਿੰਦੇ ਹਨ। ਤੇ ਇਹਨਾਂ ਚੱਕਰਵਾਤੀ ਤੂਫਾਨਾਂ ਦੇ ਵਿੱਚ ਹਵਾ ਦੀ ਜਿਹੜੀ ਗਤੀ ਹੈ ਕਾਫੀ ਤੇਜ਼ ਹੁੰਦੀ ਹੈ। ਇਹ ਤੇਜ਼ ਗਤੀ ਵਾਲੀ ਹਵਾ ਤੇ ਜਲ ਵਾਸ਼ਪ ਤੇ ਵਰਖਾ ਵਾਲੀ ਹਵਾ ਕਈ ਵਾਰ ਕਾਫੀ ਜ਼ਿਆਦਾ ਨੁਕਸਾਨ ਹੈ ਜਿਹੜਾ ਉਹ ਕਰਦੀ ਹੈ। ਤੇ ਉੜੀਸਾ ਦਾ ਤੂਫਾਨ ਹੈ ਜਿਹੜਾ ਉਹ ਕਾਫੀ ਜ਼ਿਆਦਾ ਭਿਆਨਕ ਸੀਗਾ। ਅੱਗੇ ਹੈ ਮੌਨਸੂਨ ਦੀਆਂ ਵਿਸ਼ੇਸ਼ਤਾਵਾਂ
ਮੌਨਸੂਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਵਿੱਚ ਜ਼ਿਆਦਾਤਰ ਵਰਖਾ ਦੀ ਮਾਤਰਾ ਮੌਨਸੂਨ ਦੇ ਸਮੇਂ ਦੇ ਵਿੱਚ ਹੀ ਹੁੰਦੀ ਹੈ ਤੇ ਜ਼ਿਆਦਾਤਰ ਜਿਹੜੀ ਵਰਖਾ ਹੈ 87% ਵਰਖਾ ਉਹ ਮਾਰਚ ਤੋਂ ਲੈ ਕੇ ਸਤੰਬਰ ਤੱਕ ਹੋ ਜਾਂਦੀ ਹੈ। ਭਾਰਤ ਦੀ 87% ਵਰਖਾ ਮਾਰਚ ਤੋਂ ਸਤੰਬਰ ਤੱਕ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਕਿ ਇਸ 87% ਤੋਂ ਵੀ 74% ਵਰਖਾ ਜੂਨ ਤੋਂ ਲੈ ਕੇ ਸਤੰਬਰ ਤੱਕ ਹੁੰਦੀ ਹੈ। ਇਸ ਵੀਲ ਡਾਇਗਰਾਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ 13% ਵਰਖਾ ਸਾਲ ਦੇ ਬਾਕੀ ਹਿੱਸਿਆਂ ਦੇ ਵਿੱਚ ਤੇ 87% ਵਰਖਾ ਜਿਹੜੀ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ। ਤੇ ਦੂਜੀ ਵਿਸ਼ੇਸ਼ਤਾ ਆਪਾਂ ਗੱਲ ਕਰਦੇ ਹਾਂ ਕਿ ਇਸ ਦੀ ਮਾਤਰਾ ਸਥਿਰ ਨਹੀਂ ਹੁੰਦੀ। ਮੌਨਸੂਨ ਦੀ ਮਾਤਰਾ ਜਿਹੜੀ ਇੱਕ ਫਿਕਸ ਨਹੀਂ ਹੁੰਦੀ ਕਿ ਕਿੰਨੇ ਮਿਲੀਮੀਟਰ ਜਾਂ ਕਿੰਨੇ ਸੈਂਟੀਮੀਟਰ ਵਰਖਾ ਕਿਸ ਖੇਤਰ ਦੇ ਵਿੱਚ ਹੋਣੀ ਹੈ। ਇਹ ਲਗਭਗ ਇਸ ਦੇ ਵਿੱਚ ਫਰਕ ਦੇਖਿਆ ਜਾਂਦਾ ਹੈ। ਤੇ ਵਰਖਾ ਦਾ ਪ੍ਰਚਲਨ ਹੈ ਜਿਹੜਾ ਉਹ ਵਿਦਿਆਰਥੀਓ ਇੱਕ ਗੱਲ ਤੁਸੀਂ ਧਿਆਨ ਰੱਖਣਾ ਕਿ ਇਹ ਪੂਰਬ ਤੋਂ ਪੱਛਮ ਵੱਲ ਨੂੰ ਘਟਦਾ ਜਾਂਦਾ ਹੈ। ਪੂਰਬੀ ਕਿਨਾਰਿਆਂ ਦੇ ਉੱਤੇ ਵਰਖਾ ਹੈ ਜਿਹੜੀ ਉਹ ਵੱਧ ਹੁੰਦੀ ਹੈ। ਜਦੋਂ ਪੂਰਬ ਤੋਂ ਪੱਛਮ ਵੱਲ ਨੂੰ ਜਾਂਦੇ ਹਾਂ ਤਾਂ ਵਰਖਾ ਜਿਹੜੀ ਉਹ ਘਟਦੀ ਜਾਂਦੀ ਹੈ। ਤੇ ਪੱਛਮੀ ਰਾਜਸਥਾਨ ਦਾ ਖੇਤਰ ਹੈ ਜਿਹੜਾ ਇਹ ਕਾਫੀ ਖੁਸ਼ਕ ਖੇਤਰ ਹੈ। ਇੱਥੇ ਵਰਖਾ ਬਹੁਤ ਘੱਟ ਹੁੰਦੀ ਹੈ ਤੇ ਜਿਹੜਾ ਕਸ਼ਮੀਰ ਦਾ ਲਦਾਖ ਵਾਲਾ ਹਿੱਸਾ ਹੈ ਇੱਥੇ ਵਰਖਾ ਕਾਫੀ ਘਟ ਜਾਂਦੀ ਹੈ। ਤੇ ਦੋ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਵਰਖਾ ਅਨੁਮਾਨ ਨਾਲੋਂ ਵੱਧ ਹੋ ਜਾਵੇ ਜਾਂ ਅਨੁਮਾਨ ਨਾਲੋਂ ਘੱਟ ਹੋ ਜਾਵੇ ਤਾਂ ਜਿੱਥੇ ਦਾ ਵਰਖਾ ਵੱਧ ਹੁੰਦੀ ਹੈ ਉੱਥੇ ਹੜ੍ਹਾਂ ਦੀ ਸਥਿਤੀ ਆ ਜਾਂਦੀ ਹੈ ਤੇ ਜਿੱਥੇ ਵਰਖਾ ਘੱਟ ਹੁੰਦੀ ਹੈ ਤੇ ਉੱਥੇ ਸੋਕੇ ਵਰਗੀ ਸਥਿਤੀ ਆ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਸਾਡੇ ਖੇਤੀਬਾੜੀ ਦੇ ਉੱਤੇ ਪੈਂਦਾ ਹੈ। ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿਸ ਦੀ ਅਰਥ ਵਿਵਸਥਾ ਖੇਤੀਬਾੜੀ ਤੇ ਆਧਾਰਿਤ ਹੈ। ਤਾਂ ਇਸ ਕਰਕੇ ਮੌਨਸੂਨ ਹੈ ਜਿਹੜਾ ਭਾਰਤੀ ਖੇਤੀਬਾੜੀ ਦਾ ਇੱਕ ਅਨਿੱਖੜਵਾਂ ਅੰਗ ਹੈ। ਵਧੀਆ ਮੌਨਸੂਨ ਸਾਡੀ ਫਸਲਾਂ ਲਈ ਲਾਹੇਵੰਦ ਹੁੰਦਾ ਹੈ। ਜੇਕਰ ਮੌਨਸੂਨ ਦੇ ਵਿੱਚ ਵਾਧਾ ਜਾਂ ਘਾਟਾ ਦੇਖਣ ਨੂੰ ਮਿਲਦਾ ਹੈ, ਮਤਲਬ ਕਿ ਔਸਤ ਨਾਲੋਂ ਵੱਧ ਮੌਨਸੂਨ ਵੀ ਹੜ੍ਹਾਂ ਦੀ ਸਥਿਤੀ ਪੈਦਾ ਕਰਕੇ ਫਸਲਾਂ ਨੂੰ ਨੁਕਸਾਨ ਕਰਦਾ ਹੈ ਤੇ ਘੱਟ ਮੌਨਸੂਨ ਵੀ ਨੁਕਸਾਨ ਕਰਦਾ ਹੈ। ਸੋਕੇ ਵਰਗੀ ਸਥਿਤੀ ਜਿਸ ਦੇ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੈ ਜਿਹੜਾ ਉਹ ਹੁੰਦਾ ਹੈ। ਤੇ ਅਗਲੀ ਵਿਸ਼ੇਸ਼ਤਾ ਹੈ ਅਸਮਾਨ ਵੰਡ ਹੈ। ਇਹ ਪਹਿਲਾਂ ਜਿਵੇਂ ਦੱਸਿਆ ਸੀਗਾ ਕਿ ਪੂਰਬੀ ਭਾਗਾਂ ਦੇ ਉੱਤੇ ਵਰਖਾ ਵਧੇਰੇ ਹੁੰਦੀ ਹੈ ਤੇ ਪੱਛਮ ਵੱਲ ਨੂੰ ਜਦੋਂ ਪੂਰਬ ਤੋਂ ਪੱਛਮ ਵੱਲ ਨੂੰ ਜਾਂਦੇ ਹਾਂ ਤਾਂ ਵਰਖਾ ਹੈ ਜਿਹੜੀ ਉਹ ਘੱਟ ਹੁੰਦੀ ਹੈ। ਪਰ ਇਹ ਕੁਝ ਖੇਤਰ ਹੈ ਜਿੱਥੇ ਵਰਖਾ ਘੱਟ ਹੁੰਦੀ ਹੈ। ਇਹਦਾ ਕੀ ਕਾਰਨ ਹੈ ਉਹ ਵੀ ਆਪਾਂ ਡਿਸਕਸ ਕਰਾਂਗੇ। ਤਾਂ ਅਸਮਾਨ ਵੰਡ ਦੀ ਜਿਹੜੀ ਸਥਿਤੀ ਹੈ ਉਹ ਪੈਦਾ ਹੋ ਜਾਂਦੀ ਹੈ। ਤੇ ਪਰਬਤੀ ਵਰਖਾ ਉਹ ਜਿਹੜਾ ਖੇਤਰ ਆਪਾਂ ਦੇਖਿਆ ਸੀਗਾ, ਇਸ ਖੇਤਰ ਦੇ ਵਿੱਚ ਵਰਖਾ ਘੱਟ ਹੋਣ ਦਾ ਕਾਰਨ ਸੀਗਾ ਪਰਬਤੀ ਵਰਖਾ। ਪਰਬਤੀ ਵਰਖਾ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਸਮੁੰਦਰੀ ਹਿੱਸਾ ਹੈ, ਇੱਥੋਂ ਖੁਸ਼ਕ ਪਾਉਣਾ ਨਮੀ ਗ੍ਰਹਿਣ ਕਰਕੇ ਅੱਗੇ ਵੱਲ ਨੂੰ ਧਰਤੀ ਵੱਲ ਨੂੰ ਜਾਂਦੀਆਂ ਹਨ, ਜਿੱਥੇ ਕਿ ਇਹ ਪਾਉਣਾ ਹੋਰ ਜ਼ਿਆਦਾ ਅੱਗੇ ਨਹੀਂ ਜਾ ਸਕਦੀਆਂ। ਪਰਬਤ ਆ ਜਾਂਦਾ ਹੈ ਤੇ ਪਰਬਤਾਂ ਨੂੰ ਕ੍ਰਾਸ ਕਰਨ ਦੀ ਬਜਾਏ ਇਹਨਾਂ ਭਾਗਾਂ ਦੇ ਵਿੱਚ ਵਰਖਾ ਕਰ ਦਿੰਦੀਆਂ ਹਨ ਤੇ ਪਰਬਤ ਦੇ ਦੂਜੀ ਪਾਸੇ ਜਿਹੜਾ ਵਰਖਾ ਰਹਿਤ ਖੇਤਰ ਹੈ ਜਿਹੜਾ ਰਹਿ ਜਾਂਦਾ ਹੈ, ਜਿਸ ਕਾਰਨ ਇੱਥੇ ਖੁਸ਼ਕ ਜਿਹੜਾ ਸਥਿਤੀ ਹੈ ਖੁਸ਼ਕੀ ਦੀ ਉਹ ਪੈਦਾ ਹੁੰਦੀ ਹੈ। ਤੇ ਇਹੀ ਕਾਰਨ ਸੀਗਾ ਕਿ ਪੱਛਮੀ ਘਾਟ ਦੇ ਦੂਜੇ ਪਾਸੇ ਵਰਖਾ ਨਹੀਂ ਹੁੰਦੀ। ਇਹ ਦੇਖੋ ਜੀ, ਇਸ ਸਥਿਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਸਾਈਡ ਤੇ ਵਰਖਾ ਤੇ ਦੂਜੇ ਪਾਸੇ ਵਰਖਾ ਰਹਿਤ। ਤੇ ਮੌਨਸੂਨ ਹੈ ਜਿਹੜੀ ਇਹ ਇਸ ਦੇ ਵਿੱਚ ਅੰਤਰਾਲ ਵੀ ਆ ਜਾਂਦਾ ਹੈ। ਕੁਝ ਦਿਨ ਵਰਖਾ ਹੋਣ ਤੋਂ ਬਾਅਦ ਵਿੱਚ ਕੁਝ ਖੁਸ਼ਕ ਦਿਨ ਵੀ ਆ ਜਾਂਦੇ ਹਨ। ਤੇ ਮੌਨਸੂਨ ਦੀ ਅਗਲੀ ਵਿਸ਼ੇਸ਼ਤਾ ਹੈ ਕਿ ਇਸ ਦਾ ਅਸਰ ਸਾਡੀ ਖੇਤੀਬਾੜੀ ਦੇ ਉੱਤੇ ਪੈਂਦਾ ਹੈ। ਤੇ ਵਧੀਆ ਮੌਨਸੂਨ ਵਧੀਆ ਫਸਲਾਂ ਲਈ ਵਧੀਆ ਹੁੰਦੀ ਹੈ ਤੇ ਫਸਲਾਂ ਦੀ ਪੈਦਾਵਾਰ ਵਧੇਰੇ ਹੁੰਦੀ ਹੈ। ਤੇ ਘੱਟ ਮੌਨਸੂਨ ਜਾਂ ਲੋੜ ਤੋਂ ਵੱਧ ਮੌਨਸੂਨ ਫਸਲਾਂ ਲਈ ਨੁਕਸਾਨਦਾਇਕ ਹੁੰਦਾ ਹੈ, ਜੋ ਕਿ ਸਾਡੀ ਅਰਥ ਵਿਵਸਥਾ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਤੇ ਇਹ ਸੀਗਾ ਜੀ ਭਾਰਤ ਦੀ ਮੌਨਸੂਨ ਅਤੇ ਉਸ ਦਾ ਵਿਸ਼ੇਸ਼ਤਾਵਾਂ। ਉਮੀਦ ਹੈ ਵਿਦਿਆਰਥੀਓ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਤੁਹਾਨੂੰ ਇਹ ਲੈਕਚਰ ਕਿੱਦਾਂ ਦਾ ਲੱਗਿਆ ਤੁਸੀਂ ਆਪਣੇ ਅਧਿਆਪਕਾਂ ਰਾਹੀਂ ਆਪਣੇ ਐਜੂਸੈਟ ਰਜਿਸਟਰ ਦੇ ਵਿੱਚ ਕਮੈਂਟਸ ਜ਼ਰੂਰ ਦਿਓ, ਤਾਂ ਜੋ ਅਗਲੀ ਵਾਰ ਅਸੀਂ ਹੋਰ ਵਧੀਆ ਕਰ ਸਕੀਏ ਤੇ ਤੁਹਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਪੜ੍ਹਾ ਸਕੀਏ। ਧੰਨਵਾਦ ਜੀ।